Hello students, my name is Ajit Pathak and welcome to the Royal Group of College Godawal online classes। ਜਿਵੇਂ ਕਿ ਆਪਾਂ ਜਿਹੜਾ ਹੈ ਕੰਜ਼ਿਊਮਰ ਬਿਹੇਵੀਅਰ ਦੇ ਬਾਰੇ ਪੜ੍ਹ ਰਹੇ ਹਾਂ ਆਪਾਂ ਇਕਨੋਮਿਕਸ ਦੇ ਵਿੱਚ। ਆਪਾਂ ਜੋ ਹੈ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਕੰਜ਼ਿਊਮਰ ਬਿਹੇਵੀਅਰ ਤੇ ਉਸਦੀ ਇੰਪੋਰਟੈਂਸ ਦੇ ਬਾਰੇ ਪੜ੍ਹਿਆ ਸੀਗਾ। ਉਸ ਤੋਂ ਬਾਅਦ ਆਪਾਂ ਨੇ ਜੋ ਹੈ ਕਾਰਡਿਨਲ ਤੇ ਆਰਡੀਨਲ ਯੂਟਿਲਿਟੀ ਦੇ ਬਾਰੇ ਪੜ੍ਹਿਆ ਸੀਗਾ। ਦੈਨ ਫਿਰ ਆਪਾਂ ਨੇ ਜੋ ਹੈ टोटल यूटिलिटी, मार्जिन यूटिलिटी एंड इनिशियल यूटिलिटी इस दी गल कीती सीगी ते आज आपां जो है यूटिलिटी दा जो टॉपिक है उसनू अगे पढ़न जा रहे हैं। ठीक है, सब तो पहले आपां गल करते हैं फॉर्म्स ऑफ यूटिलिटी। फॉर्म्स ऑफ यूटिलिटी, फॉर्म्स ऑफ यूटिलिटी दे विच जिहड़ा हैगा कि किहड़ियां फॉर्म्स ने यूटिलिटी दीयां। उस तो सब तो पहले जिहड़ी फॉर्म हैगी है वो हैगा नेचुरल यूटिलिटी। नेचुरल यूटिलिटी ਦੇ ਵਿੱਚ ਕੀ ਹੈ ਕਿ ਆਪਾਂ ਕੋਈ ਵੀ ਆਪਣੇ ਕੋਲੇ ਜਿਹੜੇ ਜੋ ਆਪਣੇ ਕੋਲੇ ਗੁੱਡਸ ਨੇ ਜੋ ਉਹ ਆਪਣੇ ਕੋਲੇ ਫ੍ਰੀ ਅਵੇਲੇਬਲ ਨੇ। ਠੀਕ ਹੈ, ਫ੍ਰੀ ਆਫ ਕਾਸਟ ਜਿਹੜੀਆਂ ਵੀ ਆਪਣੇ ਕੋਲੇ ਕਮੋਡਿਟੀਜ਼ ਜੋ ਗੁੱਡਸ ਨੇ ਅਵੇਲੇਬਲ ਨੇ, ਜੋ ਬਾਈ ਨੇਚਰ ਆਪਣੇ ਕੋਲ ਜਿਹੜੀਆਂ ਅਵੇਲੇਬਲ ਨੇ, ਉਸ ਨੂੰ ਕੰਜ਼ਿਊਮ ਕਰਕੇ ਆਪਾਂ ਨੂੰ ਜੋ ਡਿਸਸੈਟੀਸਫੈਕਸ਼ਨ ਮਿਲਦੀ ਹੈ ਉਸਦੀ ਕੰਜ਼ੰਪਸ਼ਨ ਤੋਂ ਆਪਾਂ ਨੂੰ ਜੋ ਸੈਟੀਸਫੈਕਸ਼ਨ ਮਿਲਦੀ ਹੈ। ਠੀਕ ਹੈ, ਉਹ ਕਿਹਦੇ ਵਿੱਚ ਆ ਜਾਂਦੀ ਹੈ? ਉਹ ਆਉਂਦੀ ਹੈ ਨੈਚੁਰਲ ਯੂਟਿਲਿਟੀ ਦੇ ਵਿੱਚ। ਉਸ ਤੋਂ ਬਾਅਦ ਜੋ ਸੈਕਿੰਡ ਹੈ ਉਹ ਹੈਗਾ ਫਾਰਮ ਯੂਟਿਲਿਟੀ। ਫਾਰਮ ਯੂਟਿਲਿਟੀ ਕੀ ਹੁੰਦੀ ਹੈ ਕਿ ਕਿਸੇ ਇੱਕ ਚੀਜ਼ ਨੂੰ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰਨਾ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਹੈਲਪਸ। ਇਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਕੀ ਕਰ ਦਿੰਦੇ ਹਾਂ with the help of something। ठीक है, we change the shape of product which increase your utility, which increase utility। ठीक है, कोई भी ਇਹੋ ਜਿਹਾ ਤਰੀਕਾ ਜਿਸ ਦੇ ਦੁਆਰਾ ਆਪਾਂ ਕਿਸੇ ਪ੍ਰੋਡਕਟ ਦੀ ਜਦੋਂ ਆਪਾਂ ਸ਼ੇਪ ਚੇਂਜ ਕਰ ਦਈਏ ਉਸ ਦੇ ਨਾਲ ਜਿਹੜੀ ਉਹਦੀ ਯੂਟਿਲਿਟੀ ਹੈ ਉਹ ਵਧੇ। ਜਿਵੇਂ ਸਪੋਜ਼ ਲਾਈਕ ਜਿਵੇਂ कारपेंटर की करता है, ਉਹਦੇ ਕੋਲ ਗੁੱਡ ਹੁੰਦੀ ਹੈ, ਉਸ ਨੂੰ ਕੀ ਕਰਦਾ ਹੈ ਉਹ ਸ਼ੇਪ ਦੇ ਦਿੰਦਾ ਹੈ ਕੋਈ ਚੇਅਰ ਦੀ, ਟੇਬਲ ਦੀ। ਜਦੋਂ ਉਹ ਚੇਅਰ ਜਾਂ ਟੇਬਲ ਦੀ ਜਦੋਂ ਉਹ ਸ਼ੇਪ ਦੇ ਦਿੰਦਾ ਤਾਂ ਉਸ ਦੇ ਨਾਲ ਕੀ ਹੁੰਦਾ, ਉਸ ਦੀ ਜਿਹੜੀ ਯੂਟਿਲਿਟੀ ਉਹ ਕੀ ਹੈ ਵੱਧ ਜਾਂਦੀ ਹੈ। ਠੀਕ ਹੈ, ਸੋ ਫਾਰਮ ਯੂਟਿਲਿਟੀ। ਉਸ ਤੋਂ ਬਾਅਦ ਜੋ ਆਪਾਂ ਗੱਲ ਕੀਤੀ ਹੈ ਹੁਣ ਕਿਸ ਦੀ, ਨੈਚੁਰਲ ਯੂਟਿਲਿਟੀ ਦੀ ਤੇ ਫਾਰਮ ਯੂਟਿਲਿਟੀ ਦੀ। ਦੈਨ ਫਿਰ ਅੱਗੇ ਆ ਜਾਂਦਾ ਹੈ ਪਲੇਸ ਯੂਟਿਲਿਟੀ। प्लेस यूटिलिटी ਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਪਤਾ ਹੈ ਕਿ ਜੋ ਪ੍ਰੋਡਕਟ ਹੈ ਉਹ ਪਲੇਸ ਟੂ ਪਲੇਸ ਉਸਦੀ ਜਿਹੜੀ ਇੱਕ ਤਰੀਕੇ ਨਾਲ ਜਿਹੜੀ ਯੂਟਿਲਿਟੀ ਹੈ ਉਹ ਕੀ ਇਨਕਰੀਜ਼ ਹੋ ਜਾਂਦੀ ਹੈ। ਜਿਵੇਂ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ ਕਿ ਕੋਈ ਵੀ ਗੁੱਡ ਹੈ ਜਾਂ ਕੋਈ ਕਮੋਡਿਟੀ ਹੈ ਉਹ ਕਿਹਦੇ ਵਿੱਚ ਬਣੀ, ਉਹ ਇੱਕ ਫੈਕਟਰੀ ਦੇ ਵਿੱਚ ਬਣੀ। ਠੀਕ ਹੈ, ਫੈਕਟਰੀ ਦੇ ਵਿੱਚ ਬਣੀ, ਉਸ ਤੋਂ ਬਾਅਦ ਉਹ ਕਿਹਦੇ ਵਿੱਚ ਗਈ, ਉਹ ਮਾਰਕੀਟ ਦੇ ਵਿੱਚ ਗਈ। ਮਾਰਕੀਟ ਦੇ ਵਿੱਚ ਗਈ, ਉਹਨੇ ਕੀ ਕੀਤਾ, ਉਹਨੇ ਟਰਾਂਸਪੋਰਟ ਹੋਈ ਉਹ ਇੱਕ ਪਲੇਸ ਤੋਂ, ਕਿਤੋਂ ਫੈਕਟਰੀ ਤੋਂ ਮਾਰਕੀਟ ਦੇ ਵਿੱਚ। ਤਾਂ ਮਾਰਕੀਟ ਦੇ ਵਿੱਚ ਉਹਨੂੰ ਕੀ ਕੀਤਾ, ਜਿਹੜੇ ਕੰਜ਼ਿਊਮਰਸ ਨੇ, ਫਾਈਨਲ ਕੰਜ਼ਿਊਮਰਸ ਨੇ, ਉਹਨਾਂ ਨੂੰ ਕੀ ਕੀਤਾ, ਖਰੀਦਿਆ। ਠੀਕ ਹੈ, ਕੰਜ਼ਿਊਮਰ ਨੇ ਖਰੀਦ ਕੇ ਉਹਨਾਂ ਨੂੰ ਦਿੱਤੀ, ਯੂਟਿਲਿਟੀ ਦਿੱਤੀ। ਸੋ ਇਹ ਕੀ ਹੈ, ਇਹਨੂੰ ਆਪਾਂ ਕਹਿ ਦਿੰਦੇ ਆ ਪਲੇਸ ਯੂਟਿਲਿਟੀ। ਠੀਕ ਹੈ, ਪਲੇਸ ਯੂਟਿਲਿਟੀ ਕਹਿ ਦਿੰਦੇ ਆ ਜਿਹਦੇ ਵਿੱਚ ਕੀ ਆਪਾਂ ਕਰਦੇ ਆ ਟਰਾਂਸਪੋਰਟਿੰਗ ਗੁੱਡਸ ਔਰ ਫੈਕਟਰਸ ਟੂ ਦਾ ਮਾਰਕੀਟ। ਠੀਕ ਹੈ, ਜਿੱਥੇ ਆਪਾਂ ਕੀ ਕਰਦੇ ਆ ਟਰਾਂਸਪੋਰਟ ਕਰਦੇ ਆ ਕਿਸ ਦੇ, ਗੁੱਡਸ ਦਾ ਜਾਂ ਫੈਕਟਰਸ ਦਾ, ਕਿਹਦੇ ਵਿੱਚ, ਮਾਰਕੀਟ ਦੇ ਵਿੱਚ। ਉਹ ਕੀ ਹੈ, ਪਲੇਸ ਯੂਟਿਲਿਟੀ ਦੇ ਵਿੱਚ ਆ ਜਾਂਦਾ। ਦੈਨ ਫਿਰ ਆ ਜਾਂਦਾ ਹੈ ਫੋਰਥ ਟਾਈਮ ਯੂਟਿਲਿਟੀ। ਟਾਈਮ ਯੂਟਿਲਿਟੀ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਟਾਈਮ ਦੇ ਅਕੋਰਡਿੰਗ ਆਪਾਂ ਨੂੰ ਯੂਟਿਲਿਟੀਜ਼ ਦਿੰਦੀਆਂ ਨੇ। ਅਗਰ ਹੁਣ ਸਪੋਜ਼ ਕਰੋ ਆਪਾਂ ਇੱਕ ਜਿਵੇਂ ਹੁਣ ਟਾਈਮ ਯੂਟਿਲਿਟੀ ਦੇ ਵਿੱਚ ਆਪਣੇ ਕੋਲ ਡਿਫਰੈਂਟ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਕੁਝ ਕਮੋਡਿਟੀਜ਼ ਹੁੰਦੀਆਂ ਨੇ ਉਹ ਅਲੱਗ-ਅਲੱਗ ਆਪਾਂ ਨੂੰ ਦਿੰਦੇ ਯੂਟਿਲਿਟੀ ਦਿੰਦੀਆਂ ਨੇ। ਕਈ ਵਾਰ ਆਪਾਂ ਨੂੰ ਸੇਮ ਕਮੋਡਿਟੀ ਹੈ ਡਿਫਰੈਂਟ ਟਾਈਮ ਦੇ ਉੱਪਰ ਜੋ ਹੈ, ਇੱਕ ਟਾਈਮ ਦੇ ਉੱਪਰ ਆਪਾਂ ਨੂੰ ਜਿਹੜਾ ਬਹੁਤ ਜ਼ਿਆਦਾ ਯੂਟਿਲਿਟੀ ਦਿੰਦੀ ਹੈ, ਇੱਕ ਟਾਈਮ ਦੇ ਉੱਪਰ ਉਹਦੀ ਜਿਹੜੀ ਯੂਟਿਲਿਟੀ ਆ ਉਹ ਆਪਾਂ ਨੂੰ ਕੀ ਹੁੰਦੀ ਹੈ, ਨੈਗੇਟਿਵ ਹੋਈ, ਮਤਲਬ ਜਿਹੜੀ ਸੈਟੀਸਫੈਕਸ਼ਨ ਆਪਣੇ ਕੋਲੇ ਨੈਗੇਟਿਵ ਹੋ ਜਾਂਦੀ ਹੈ। ਜਿਵੇਂ ਸਪੋਜ਼ ਆਪਾਂ ਗੱਲ ਕਰੀਏ ਆਈਸਕ੍ਰੀਮ ਦੀ। ਠੀਕ ਹੈ, ਆਈਸਕ੍ਰੀਮ ਕੀ ਹੈ, ਅਗਰ ਤਾਂ ਸਮਰ ਹੋਵੇ, ਸਮਰ ਸੀਜ਼ਨ ਹੈ, ਅਗਰ ਸਮਰ ਸੀਜ਼ਨ ਹੈ ਤਾਂ ਉਹਦੇ ਵਿੱਚ ਕੀ ਹੋਊਗਾ, ਇਹਦੀ ਯੂਟਿਲਿਟੀ ਬਹੁਤ ਜ਼ਿਆਦਾ ਹੋਊਗੀ। ਠੀਕ ਹੈ, ਕਿਹਦੀ, ਆਈਸਕ੍ਰੀਮ ਦੀ। ਪਰ ਉਸ ਦੇ ਕੰਪੈਰੀਟਿਵਲੀ ਅਗਰ ਆਪਾਂ ਵਿੰਟਰ ਸੀਜ਼ਨ ਦੀ ਗੱਲ ਕਰੀਏ, ਵਿੰਟਰ ਦੇ ਵਿੱਚ ਕੀ ਹੋਊਗਾ, ਉਹਦੀ ਯੂਟਿਲਿਟੀ ਉਨੀ ਨਹੀਂ ਹੋਣੀ, ਘੱਟ ਹੋਊਗੀ। ਠੀਕ ਹੈ, ਸੋ
इस तरीके दे नाल की है जो यूटिलिटीज है वो टाइम टू टाइम की है वेरी करदियां ने, ठीक है। सो उस तो बाद ਜਿਹੜੀ ਆਪਾਂ ਨੈਕਸਟ ਗੱਲ ਕਰਦੇ ਆ, ਆਪਾਂ ਗੱਲ ਕਰਦੇ ਆ ਫਿਰ ਸਰਵਿਸਿਜ਼ ਦੀ। ਸਰਵਿਸ ਯੂਟਿਲਿਟੀ, ਸਰਵਿਸ ਯੂਟਿਲਿਟੀ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲੇ ਜੋ ਵੀ ਸਰਵਿਸਿਜ਼ ਨੇ ਉਹ ਆਪਾਂ ਨੂੰ ਕੀ ਦੇ ਰਹੀਆਂ ਨੇ, ਯੂਟਿਲਿਟੀਜ਼ ਦੇ ਰਹੀਆਂ ਨੇ। ਬਹੁਤ ਸਾਰੀਆਂ ਸਰਵਿਸਿਜ਼ ਹੈ ਜਿਨ੍ਹਾਂ ਤੋਂ ਆਪਾਂ ਨੂੰ ਕੀ ਸੈਟੀਸਫੈਕਸ਼ਨ ਮਿਲਦੀ ਹੈ, ਲਾਈਕ ਟੀਚਰ। टीचर की है एक पढ़ाने वाला जो अध्यापक है वो की है, वो अपनी सर्विस दे रहा है, पढ़ा रहे हैं, लाइक जिवें मैं तुहानू पढ़ा रहा हूं, ठीक है। उस तो बाद डॉक्टर है, ठीक है, डॉक्टर भी होगी। इस तरीके नाल जो ट्रांसपोर्ट है, मतलब ये सारे की ने सर्विसेज ने जो की है ਆਪਾਂ ਨੂੰ ਦਿੱਤੀਆਂ ਜਾਂਦੀਆਂ ਤੇ ਇਹਨਾਂ ਸਰਵਿਸਿਜ਼ ਤੋਂ ਜੋ ਆਪਾਂ ਨੂੰ ਯੂਟਿਲਿਟੀ ਪ੍ਰਾਪਤ ਹੁੰਦੀ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਸਰਵਿਸ ਯੂਟਿਲਿਟੀ ਕਹਿ ਦਿੰਦੇ ਆ, ठीक है। सो अब ਤੁਹਾਨੂੰ ਜਿਹੜਾ ਹੈਗਾ ਫਾਰਮਸ ਆਫ ਯੂਟਿਲਿਟੀ ਸਮਝ ਆ ਗਿਆ ਹੋਊਗਾ। ਇਸ ਤੋਂ ਬਾਅਦ ਜਿਹੜਾ ਆਪਾਂ ਫੀਚਰਸ ਦੀ ਗੱਲ ਕਰਾਂਗੇ ਯੂਟਿਲਿਟੀ ਦੀਆਂ ਫੀਚਰਸ ਦੀ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ, ਆਪਾਂ ਅੱਗੇ ਵਧਦੇ ਹਾਂ। ਅੱਗੇ ਆਪਾਂ ਹੁਣ ਗੱਲ ਕਰਾਂਗੇ ਫੀਚਰਸ ਆਫ ਯੂਟਿਲਿਟੀ। फीचर्स ऑफ यूटिलिटी, यूटिलिटी ਦੀਆਂ अलग-अलग फीचर्स ने, ठीक है। जिवें ਆਪਾਂ यूटिलिटी ਦੇ अलग-अलग फीचर्स ਦੀ ਗੱਲ ਕਰਦੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ यूटिलिटी इज सब्जेक्टिव। यूटिलिटी इज सब्जेक्टिव। ਹੁਣ यूटिलिटी ਕੀ ਹੈ, यूटिलिटी ਇੱਕ ਤਰੀਕੇ ਨਾਲ ਇੱਕ ਸਬਜੈਕਟਿਵ ਟਰਮ ਹੈ। ਕਿਉਂ? ਕਿਉਂਕਿ ਇਹ ਵੇਰੀ ਕਰਦੇ ਹੈ ਕੰਜ਼ਿਊਮਰ ਟੂ ਕੰਜ਼ਿਊਮਰ, ठीक है, कम्युनिटी टू कम्युनिटी, ठीक है ना। सो सब्जेक्टिव किवें है, क्योंकि यह कंज्यूमर टू कंज्यूमर की करती है, वेरी करती है। कंज्यूमर वेरी किस तरीके दे नाल, हुण सपोज करो एक टी की गल करिए, एक इंसान नूं टी बहुत ज्यादा पसंद है, चाह बहुत ज्यादा पसंद है, सो उहनूं जिहड़ी हैगी है टी मैक्सिमम मिलूगी, इवन ज्यादा मिलूगी, ठीक है। एंड एक इंसान है जो उहनूं डिसलाइक करता है, उहनूं टी बिल्कुल भी पसंद नहीं, ओहदे लई की है नेगेटिव दे विच चली जाऊगी। सो की है एक सब्जेक्टिव टर्म है जो इंडिविजुअल टू इंडिविजुअल ਜਿਹੜੀ ਹੈਗੀ ਆ ਵੇਰੀ ਕਰਦੀ ਹੈ, ਕਿਸੇ ਇਨਸਾਨ ਨੂੰ ਸੈਟੀਸਫਾਈ ਕਰਦੀ ਹੈ ਤੇ ਕਿਸੇ ਦੂਸਰੇ ਇਨਸਾਨ ਨੂੰ ਕੀ ਹੈ ਡਿਸਸੈਟੀਸਫਾਈ ਕਰ ਦਿੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਯੂਟਿਲਿਟੀ ਇਜ਼ ਰਿਲੇਟਿਵ। यूटिलिटी की है रिलेटिव टर्म है, ठीक है। एक ही है वेरी टू वेरी करती है एंड वेरीज। यूटिलिटी की है एक तो क्या रिलेटिव टर्म है ਅਤੇ ਇਹ ਕੀ ਕਰਦੀ ਹੈ, ਵੇਰੀ ਕਰਦੀ ਹੈ। ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇੱਕ ਇਨਸਾਨ ਨੂੰ ਜਿਹੜੀ ਹੈਗੀ ਹੈ ਮੈਕਸਿਮਮ ਸੈਟੀਸਫੈਕਸ਼ਨ ਦਿੰਦੀ ਹੈ, ਇੱਕ ਇਨਸਾਨ ਨੂੰ ਕੀ ਹੈ ਜਿਹੜੀ ਹੈਗੀ ਹੈ ਨੈਗੇਟਿਵ ਸੈਟੀਸਫੈਕਸ਼ਨ ਦਿੰਦੀ ਹੈ। ਉਸ ਤਰੀਕੇ ਨਾਲ ਹੁਣ यूटिलिटी रिलेटिव है एंड वेरी है। ਹੁਣ ਉਹ ਕਿਵੇਂ ਹੈ, ਕਿਉਂਕਿ ਟਾਈਮ ਦੇ ਅਕੋਰਡਿੰਗਲੀ ਜੋ ਯੂਟਿਲਿਟੀ ਹੈ ਉਹ ਆਪਾਂ ਨੂੰ ਅਲੱਗ-ਅਲੱਗ ਜਿਹੜੀ ਹੈਗੀ ਹੈ ਕੀ ਦਿੰਦੀ ਹੈ, ਸੈਟੀਸਫੈਕਸ਼ਨ ਦਿੰਦੀ ਹੈ। ਸਪੋਜ਼ ਕਰੋ ਤੁਸੀਂ ਸਵੇਰ ਚਾਹ ਪੀਤੀ, ਤੁਹਾਨੂੰ ਜਿਹੜੀ ਸਵੇਰ ਜਿਹੜੀ ਹੈਗੀ ਹੈ ਉਹਦੀ ਜਿਹੜੀ ਸੈਟੀਸਫੈਕਸ਼ਨ ਹੈ ਉਹ ਜ਼ਿਆਦਾ ਹੋਊਗੀ, ਕਿਹਦੀ, ਚਾਹ ਦੀ, ਟੀ ਦੀ। ਪਰ ਅਗਰ ਤੁਸੀਂ ਇਹੀ ਰਾਤ ਨੂੰ ਪੀਂਦੇ ਹੋ ਤਾਂ ਉਸ ਟਾਈਮ ਦੇ ਉੱਪਰ ਜਿਹੜੀ ਉਹਦੀ ਸੈਟੀਸਫੈਕਸ਼ਨ ਹੈ ਉਹ ਹੋ ਸਕਦਾ ਘੱਟ ਹੋਵੇ, ਕਿਉਂਕਿ ਤੁਹਾਨੂੰ ਰਾਤ ਨੂੰ ਸਪੋਜ਼ ਕਰੋ ਜਿਹੜੀ ਚਾਹ ਪੀਣੀ ਪਸੰਦ ਨਹੀਂ ਹੈਗੀ, ਬਟ ਤੁਹਾਨੂੰ ਬਲੈਕ ਟੀ ਪੀਣੀ ਬਹੁਤ ਜ਼ਿਆਦਾ ਪਸੰਦ ਹੈ। ਸੋ ਸੇਮ ਪਰਸਨ ਨੂੰ ਜੋ ਇੱਕੋ ਟਾਈਮ ਦੇ ਉੱਪਰ ਕੀ ਹੈ ਅਲੱਗ-ਅਲੱਗ ਯੂਟਿਲਿਟੀ ਮਿਲ ਰਹੀ ਹੈ ਨਾ, मतलब ਇੱਕੋ ਇਨਸਾਨ ਹੈ, ਠੀਕ ਹੈ, ਬਸ ਟਾਈਮ ਦੇ ਅਕੋਰਡਿੰਗ ਕੀ ਹੈ ਉਹ ਜਿਹੜੀ ਹੈਗੀ ਸੈਟੀਸਫੈਕਸ਼ਨ ਹੈ ਉਹ ਕੀ ਹੈ ਵੇਰੀ ਕਰ ਰਹੀ ਹੈ। ਸੋ ਜਿਹੜੀ ਯੂਟਿਲਿਟੀ ਹੈ ਉਹ ਕੀ ਹੈ ਰਿਲੇਟਿਵ ਹੈ ਤੇ ਜਿਹੜੀ ਕੀ ਕਰਦੀ ਹੈ ਵੇਰੀ ਕਰਦੀ ਹੈ, ਠੀਕ ਹੈ। ਉਸ ਤੋਂ ਫਿਰ ਹੈਗਾ ਥਰਡ ਯੂਟਿਲਿਟੀ ਐਂਡ ਯੂਜ਼ਫੁਲਨੈਸ। यूटिलिटी एंड यूजफुलनेस ਦੇ ਵਿੱਚ ਕੀ ਹੈ ਕਿ ਆਪਾਂ ਨੂੰ ਕੋਈ ਕਿਸੇ ਚੀਜ਼ ਨੂੰ ਕੰਜ਼ਿਊਮ ਕਰਕੇ, ਠੀਕ ਹੈ, ਆਪਾਂ ਨੂੰ ਯੂਟਿਲਿਟੀ ਮਿਲਦੀ ਹੈ। ਕਈ ਵਾਰ ਕੀ ਹੁੰਦਾ ਉਹ ਕਮਿਊਨਿਟੀ ਆਪਣੇ ਲਈ ਆਪਣੀ ਸਿਹਤ ਵਾਸਤੇ ਹਾਨੀਕਾਰਕ ਵੀ ਭਾਵੇਂ ਹੋਵੇ, ਆਪਾਂ ਨੂੰ ਫਿਰ ਵੀ ਉਹ ਤੋਂ ਯੂਟਿਲਿਟੀ ਮਿਲਦੀ ਹੈ। ਜਿਵੇਂ ਮੈਂ ਸਪੋਜ਼ ਕਰੋ ਐਗਜ਼ਾਮਪਲ ਲੈਣਾ ਵਾਈਨ ਦੀ, ਠੀਕ ਹੈ। ਆਪਾਂ ਕਿਹਦੀ ਗੱਲ ਕਰਦੇ ਹਾਂ, ਆਪਾਂ ਗੱਲ ਕਰ ਰਹੇ ਹਾਂ ਵਾਈਨ ਦੀ। ਹੁਣ ਵਾਈਨ ਦੇ ਵਿੱਚ ਕੀ ਹੈ ਯੂਟਿਲਿਟੀ ਦੇ ਯੂਜ਼, ਵਾਈਨ ਆਪਾਂ ਨੂੰ ਵੈਸੇ ਜਿਹੜੀ ਹੈਗੀ ਵਾਈਨ ਬਹੁਤ ਮਾੜੀ ਹੈ। अगर आप क्योंकि लिखा होता है ना कि जो लिकर इज इंजीरियस टू हेल्थ, ठीक है। सो ਇਹਦੇ ਵਿੱਚ ਕੀ ਹੈ ਕਿ ਵਾਈਨ ਅਗਰ ਆਪਾਂ ਗੱਲ ਕਰੀਏ, ਵਾਈਨ ਆਪਣੇ ਲਈ ਵੈਸੇ ਮਾੜੀ ਹੈ, ਸਿਹਤ ਵਾਸਤੇ ਮਾੜੀ ਹੈ, ਪਰ ਜਿਹੜਾ ਇਨਸਾਨ ਨੂੰ ਲੱਤ ਲੱਗੀ ਹੋਈ ਹੈ, ਜਿਹੜੇ ਜੋ ਇਨਸਾਨ ਇਹਨੂੰ ਪੀਂਦੇ ਆ ਉਹਨਾਂ ਨੂੰ ਸੈਟੀਸਫੈਕਸ਼ਨ ਮਿਲਦੇ ਆ, ਠੀਕ ਹੈ, ਉਹਨਾਂ ਨੂੰ ਇਸ ਚੀਜ਼ ਦੀ ਜੋ ਹੈ ਸੈਟੀਸਫੈਕਸ਼ਨ ਹੈ ਉਹ ਕੀ ਮਿਲਦੀ ਹੈ। ਪਰ ਜੋ ਇਨਸਾਨ ਵਾਈਨ ਨਹੀਂ ਪੀਂਦਾ ਉਹਦੇ ਵਾਸਤੇ ਥੋੜਾ ਨੈਗੇਟਿਵ ਹੋਊਗੀ,
और ਜਿਹੜਾ ਪੀ ਰਿਹਾ ਉਹਦੇ ਵਾਸਤੇ ਪੋਜ਼ਿਟਿਵ ਨੰਬਰ ਬਹੁਤ ਜ਼ਿਆਦਾ ਹੋਊਗੀ। ਸੋ ਇਸ ਕਰਕੇ ਕੀ ਹੈ ਯੂਜ਼ਫੁਲਨੈਸ ਤੇ ਯੂਟਿਲਿਟੀ ਦੋਨੋਂ ਆਪਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਾਊਂਟਰਵੇਲ ਵੀ ਕਰ ਦਿੰਦੀਆਂ ਨੇ ਵੀ ਜ਼ਰੂਰੀ ਨਹੀਂ ਹੈਗਾ ਜਿਹੜੀ ਚੀਜ਼ ਆਪਾਂ ਨੂੰ ਯੂਟਿਲਿਟੀ ਦੇ ਰਹੀ ਹੈ ਉਹ ਆਪਣੇ ਲਈ ਯੂਜ਼ਫੁਲ ਹੀ ਹੋਵੇ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਾਂ ਕੀ ਕਰਨਾ ਆਪਾਂ ਫੀਚਰਸ ਕੀਤੀਆਂ ਨੇ ਤਿੰਨ ਕਿਹੜੇ ਯੂਟਿਲਿਟੀ ਸਬਜੈਕਟਿਵ ਟਰਮ ਹੁੰਦੀ ਹੈ ਯੂਟਿਲਿਟੀ ਰਿਲੇਟਿਵ ਐਂਡ ਵੇਰੀ ਕਰਦੀ ਹੈ ਯੂਟਿਲਿਟੀ ਐਂਡ ਯੂਜ਼ਫੁਲਨੈਸ ਦੀ ਗੱਲ ਕੀਤੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਿਲੇਸ਼ਨਸ਼ਿਪ ਦੀ। ਆਪਾਂ ਜਿਹੜਾ ਹੈਗਾ ਸੀ ਲਾਸਟ ਲੈਕਚਰ ਦੇ ਵਿੱਚ ਆਪਾਂ ਪੜਿਆ ਸੀਗਾ ਕਿ ਜੋ ਮਾਰਜਨਲ ਯੂਟਿਲਿਟੀ ਟੋਟਲ ਯੂਟਿਲਿਟੀ ਦੀ ਗੱਲ ਕੀਤੀ ਸੀ ਆਪਾਂ ਨੇ। ਠੀਕ ਹੈ ਆਪਾਂ ਇਨੀਸ਼ੀਅਲ ਯੂਟਿਲਿਟੀ ਦੀ ਗੱਲ ਕੀਤੀ ਸੀ। ਹੁਣ ਆਪਾਂ ਜਿਹੜਾ ਹੈਗਾ ਉਸ ਨੂੰ ਕੀ ਕਰਨਾ ਹੈ ਆਪਾਂ ਜਿਹੜਾ ਕੰਜ਼ਿਊਮਰ ਬਿਹੇਵੀਅਰ ਦੇ ਵਿੱਚ ਹੁਣ ਆਪਾਂ ਐਗਜ਼ਾਮਪਲ ਦੇ ਨਾਲ ਗੱਲ ਕਰਾਂਗੇ। ਠੀਕ ਹੈ ਦੋਨਾਂ ਦੀ ਰਿਲੇਸ਼ਨਸ਼ਿਪ ਦੀ। ਸਭ ਤੋਂ ਪਹਿਲਾਂ ਇੱਕ ਆਪਾਂ ਸ਼ਡਿਊਲ ਬਣਾਉਂਦੇ ਆ ਟੋਟਲ ਯੂਟਿਲਿਟੀ ਐਂਡ ਮਾਰਜਨਲ ਯੂਟਿਲਿਟੀ ਦਾ। ਹੁਣ ਇਸ ਕੇਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਜਿਹੜਾ ਆਪਣੇ ਕੋਲ ਆਪਾਂ ਨੂੰ ਪਤਾ ਹੈ ਆਪਾਂ ਬਰੀਫਲੀ ਪੜ੍ਹ ਲੈਂਦੇ ਥੋੜਾ ਜਿਹਾ ਟੋਟਲ ਯੂਟਿਲਿਟੀ ਕੀ ਹੁੰਦੀ ਹੈ। ਟੋਟਲ ਯੂਟਿਲਿਟੀ ਹੁੰਦੀ ਹੈ ਕਿ ਜਿਹੜੀ ਆਪਾਂ ਨੂੰ ਟੋਟਲ ਜਿਹੜੀਆਂ ਆਪਾਂ ਕਮੋਡਿਟੀਜ਼ ਕੰਜ਼ਿਊਮ ਕਰ ਰਹੇ ਉਹਨਾਂ ਤੋਂ ਆਪਾਂ ਨੂੰ ਟੋਟਲ ਜਿਹੜੀ ਯੂਟਿਲਿਟੀ ਕਿੰਨੀ ਮਿਲੀ। ਠੀਕ ਹੈ ਉਹਨੂੰ ਆਪਾਂ ਟੋਟਲ ਕਹਿ ਦਿੰਦੇ ਹਾਂ। ਉਸ ਤੋਂ ਮਾਰਜਨਲ ਯੂਟਿਲਿਟੀ ਕੀ ਹੁੰਦੀ ਹੈ ਮਾਰਜਨਲ ਯੂਟਿਲਿਟੀ ਹੁੰਦੀ ਹੈ TUN - 1 मतलब कि एक एडिशनल ठीक है कमोडिटी ਦੀ ਕੰਜ਼ੰਪਸ਼ਨ ਨੂੰ ਵਧਾਉਣ ਜਾਂ ਘਟਾਉਣ ਦੇ ਨਾਲ ਟੋਟਲ ਯੂਟਿਲਿਟੀ ਦੇ ਵਿੱਚ ਜੋ ਚੇਂਜ ਆਉਂਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਮਾਰਜਨਲ ਯੂਟਿਲਿਟੀ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਕਰਾਂਗੇ ਸ਼ਡਿਊਲ ਦੀ। ਇਧਰ ਆਪਾਂ ਲੈ ਲੈਂਦੇ ਕੁਆਂਟੀਟੀ then total utility then marginal utility। ठीक है जी। ਹੁਣ ਟੋਟਲ ਯੂਟਿਲਿਟੀ ਕੁਆਂਟੀਟੀ ਆਪਾਂ ਕਿਹਦੀ ਲੈ ਰਹੇ ਹਾਂ ਕੁਆਂਟੀਟੀ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਚਪਾਤੀ। ਠੀਕ ਹੈ। ਉਸ ਤੋਂ ਬਾਅਦ ਮਾਰਜਨਲ ਯੂਟਿਲਿਟੀ ਟੋਟਲ ਯੂਟਿਲਿਟੀ। ਠੀਕ ਹੈ। ਇਧਰ ਆਪਾਂ ਗੱਲ ਕਰਦੇ ਹਾਂ ਰਿਜ਼ਲਟ। हाँ जी आप फर्स्ट कमोडिटी ਨੂੰ ਕੰਜ਼ਿਊਮ ਕੀਤਾ ਆਪਾਂ ਨੂੰ ਟੋਟਲ ਯੂਟਿਲਿਟੀ ਮਿਲੀ 10। ਠੀਕ ਹੈ ਤੇ ਇਸ ਤੋਂ ਪ੍ਰੀਵੀਅਸ 0 ਸੀ ਇਸ ਕਰਕੇ 10 - 0 ਕਿੰਨਾ ਆ ਗਿਆ ਮਾਰਜਨਲ ਯੂਟਿਲਿਟੀ 10 क्योंकि ये TUN - TUN - 1 ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਦੋ ਯੂਨਿਟਸ ਨੂੰ ਆਪਾਂ ਕੰਜ਼ਿਊਮ ਕੀਤੀਆਂ ਦੋ ਚਪਾਤੀ ਕੰਜ਼ਿਊਮ ਕੀਤੀ ਆਪਣੀ ਯੂਟਿਲਿਟੀ ਹੋਈ 18। ठीक है तो अपनी मार्जिनल यूटिलिटी की होगी 18 होने वाली सेकंड दे विच फर्स्ट माइनस हो जाएगी की होगी 8। देन तीसरी आपा कीती तीन चपाती कंज्यूम कीती अपनी यूटिलिटी बनी 24 ते मार्जिनल यूटिलिटी 24 - 18 = 6। देन फोर्थ कीती होया 28 - 24 = 4। then फिर 50 यूनिट की थी 30 प्रीवियस के लिए 28 2। then फिर 6 चपाती कंज्यूम की थी अपनी की रहेगी ਹੁਣ ਆਪਾਂ रहेगी फुल सैटिस्फाई है पूरे सैटिस्फाई है। ठीक है ते अपनी की होगी ਹੁਣ 30 - 30 = 0। 7 की थी जे ਆਪਾਂ फिर धक्का कर रहे हैं ज्यादा खा रहे हैं तो अपनी यूटिलिटी मार्जिनल यूटिलिटी की है नेगेटिव हो चुकी आप पिछे भी ये पढ़िया सी। ठीक है हुण की है आपा गल कीती सी जिवें जिवें मार्जिनल यूटिलिटी देखो पॉजिटिव है ਜਦੋਂ तक। ठीक है उदों की है टोटल यूटिलिटी बढ़ती जा रही है या आप कह सकते हैं कि ਜਦੋਂ टोटल यूटिलिटी बढ़ती जाती है उदों ਜਿਹੜੀ टोटल मार्जिनल यूटिलिटी है वो की है पॉजिटिव होंगी है। ठीक है जी। रिजल्ट में क्या आ गया कि पॉजिटिव मार्जिनल यूटिलिटी। ठीक है। उस तो बाद सेकंड केस जो टोटल यूटिलिटी की है कांस्टेंट हो जाती है ऐसे टोटल यूटिलिटी की है कांस्टेंट है ऐसे की कर रही है इंक्रीज कर रही है। ठीक है TU की कर रही है इंक्रीज कर रही है जिथे इंक्रीज करती है टोटल यूटिलिटी ਉੱਥੇ ਇਹ ਕੀ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ। ਜਿੱਥੇ ਟੋਟਲ ਯੂਟਿਲਿਟੀ ਕਾਂਸਟੈਂਟ ਹੋ ਜਾਂਦੀ ਹੈ ਉਸ ਜਗ੍ਹਾ ਦੇ ਉੱਪਰ ਜਿਹੜੀ ਮਾਰਜਨਲ ਯੂਟਿਲਿਟੀ ਹੈ ਇਹ ਕੀ ਹੈ 0 ਹੁੰਦੀ ਹੈ। ਠੀਕ ਹੈ। ਜਿੱਥੇ ਫਿਰ ਟੋਟਲ ਯੂਟਿਲਿਟੀ ਘਟ ਜਾਂਦੀ ਹੈ ਡਿਕਰੀਜ਼ ਕਰ ਜਾਂਦੀ ਹੈ
ਉੱਥੇ ਮਾਰਜਨਲਿਟੀ ਕੀ ਹੁੰਦੀ ਹੈ ਨੈਗੇਟਿਵ ਹੋ ਜਾਂਦੀ ਹੈ। ਠੀਕ ਹੈ, ਉੱਥੇ ਮਾਰਜਨਲਿਟੀ ਕੀ ਹੋ ਜਾਂਦੀ ਹੈ ਨੈਗੇਟਿਵ ਹੋ ਜਾਂਦੀ ਹੈ। ਸਮਝ ਆ ਗਈ ਸੀ। ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਹੁਣ ਕੀ ਕਰਦੇ ਹਾਂ ਗ੍ਰਾਫਿਕਲੀ ਰਿਪਰੈਜ਼ੈਂਟ ਕਰਦੇ ਹਾਂ। ਹੁਣ ਗ੍ਰਾਫਿਕਲੀ ਰਿਪਰੈਜ਼ੈਂਟ ਦੇ ਵਿੱਚ ਕਿਵੇਂ ਕਰਾਂਗੇ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੋਟਲ ਯੂਟਿਲਿਟੀ ਦੀ। फर्स्ट सेकंड थर्ड फोर्थ फिफ्थ सिक्स्थ सेवन 7 चीज़ें की है ना। इधर की है, इधर आप लवांगे क्वांटिटी, इधर लवांगे आप टोटल यूटिलिटी। टोटल यूटिलिटी आपको केड़ी मिल रही है 5 10 15 20 25 30 35। ठीक है, उस तो बाद इधर आप गल करते हैं इस जगह के ऊपर आप लवांगे मार्जिनल यूटिलिटी, इत्थे आप लवांगे क्वांटिटी। इथों आप नीचे एज इट इज ड्रॉ कर लेंगे हैं। ठीक है, एंड वो भी एज इट इज ड्रॉ कर लेंगे नीचे ताकि आपको थोड़ा जा इजी हो जाए। उस तो बाद इस तरीके नाल आपको रिलेशनशिप पता लग जाएगी कि जो मार्जिन यूटिलिटी ते टोटल यूटिलिटी की रिलेशनशिप की है। ठीक है जी, हुण की है ये है फर्स्ट क्वांटिटी, सेकंड, थर्ड, फोर्थ क्वांटिटी, फिफ्थ, सिक्स्थ ते सेवंथ। इत्थे भी फर्स्ट, सेकंड, थर्ड, फोर्थ, फिफ्थ, सिक्स्थ ते सेवंथ। उस तो बाद जो अपने को यूटिलिटी है ਉਹਦੇ ਵਿੱਚ 1 2 3 4 5 6 7 8 9 10 11 12 1 2 1 2 3 4 5 6 7 8 9 10 चल इतने -1 -2 पूरे आ गया 0। ठीक है जी, हुण देखो ਆਪਾਂ ਜਦੋਂ ਫਰਸਟ ਯੂਨਿਟ ਦੀ ਜਦੋਂ ਆਪਾਂ ਕੀ ਕਰਦੇ ਆ ਕੰਜ਼ੰਪਸ਼ਨ ਕਰਦੇ ਆ, ਜਦੋਂ ਆਪਾਂ ਫਰਸਟ ਯੂਨਿਟ ਨੂੰ ਕੰਜ਼ਿਊਮ ਕਰਦੇ ਆ ਉਸ ਜਗ੍ਹਾ ਦੇ ਉੱਪਰ ਜਿਹੜੀ ਆਪਣੀ ਯੂਟਿਲਿਟੀ ਕਿੰਨੀ ਹੁੰਦੀ ਹੈ 10। ਠੀਕ ਹੈ, ਜਦੋਂ ਆਪਾਂ ਟੋਟਲ ਯੂਟਿਲਿਟੀ ਕੀ ਹੈ 10 ਹੁੰਦੀ ਹੈ ਜਦੋਂ ਆਪਾਂ ਫਰਸਟ ਯੂਨਿਟ ਕੰਜ਼ਿਊਮ ਕਰਦੇ ਆ। ਦੈਟ ਮੀਨ ਕੀ ਹੈ ਫਰਸਟ ਯੂਨਿਟ ਤੇ ਟੋਟਲ ਯੂਟਿਲਿਟੀ ਕੀ ਹੋਗੀ 10 ਹੋਗੀ। ਇਹ ਬਣ ਗਿਆ। ਠੀਕ ਹੈ, ਇਹ ਵਾਲਾ ਪੁਆਇੰਟ ਆ ਗਿਆ। देन फिर सेकंड केस की है कि जो आप दो चपाती कंज्यूम कर लेते हैं अपनी कितनी आ जाती है 18 हो जाती है। कुछ ऐसे होगा 18। ठीक है, ये आ गया 2 मतलब इस जगह के ऊपर सेकंड क्वांटिटी की थी ये फर्स्ट होगी उरे सेकंड भी होगी। थर्ड दे केस दे विच की है जो आप तीसरी चपाती जो आप 3 चपाती कंज्यूम कर लिया अपनी टोटल यूटिलिटी कितनी होगी 24 इस दे नीचे ਇੱਥੇ ਆ ਗਿਆ ਤੁਹਾਡਾ 24। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਫੋਰਥ 4 ਜਿਹੜੀਆਂ ਨੇ ਚਪਾਤੀ ਕੰਜ਼ੂਮ ਕਰਦੇ ਆ ਆਪਣੀ ਟੋਟਲ ਯੂਟਿਲਿਟੀ ਹੋ ਜਾਂਦੀ ਹੈ 28। 4 ਦੇ ਨਾਲ ਆਪਣੀ ਟੋਟਲ ਯੂਟਿਲਿਟੀ ਕੀ ਬਣਦੀ ਹੈ 28 ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਆਪਾਂ 5 ਜਿਹੜੀਆਂ ਚਪਾਤੀ ਕੰਜ਼ੂਮ ਕਰਦੇ ਆ ਆਪਣੀ ਟੋਟਲ ਯੂਟਿਲਿਟੀ ਹੋ ਜਾਂਦੀ ਹੈ 30। ਦੈਨ ਫਿਰ ਜਦੋਂ 6th ਕੰਜ਼ੂਮ ਕਰਦੇ ਆ ਆਪਣੀ ਜਿਹੜੀ ਹੈਗੀ ਹੈ ਟੋਟਲ ਯੂਟਿਲਿਟੀ ਹੋ ਜਾਂਦੀ ਹੈ ਉਹ कांस्टेंट रहती है 30 ही रह जाती है। उस तो बाद जब आप नेक्स्ट फिर भी एक प्रोबेबिलिटी को अगर आप फिर भी कंज्यूम करांगे तो अपनी जो टोटल यूटिलिटी है वो घट के की हो जाएगी 28 हो जाएगी। दैट मीन की है वो घट गई टोटल यूटिलिटी। हुण अगर आप इन्हां नूं की करिए ऐड ऑन कर दिए ठीक है तो कुछ इस तरीके दे नाल कर्व बनदी है अपनी कुछ आ कर्व बनी ये की होगी तो टोटल यूटिलिटी कर्व। ठीक है जी, समझ आ गया ना कि टोटल यूटिलिटी कर्व किस तरीके नाल बनती है। ठीक है, आप पॉइंट्स में ऐड ऑन कर लिया तो अपनी की बन गई टोटल यूटिलिटी कर्व बन गई। हुण की है जदों फर्स्ट यूनिट आप कंज्यूम की तो अपनी मार्जिन यूटिलिटी कितनी बनती है 10। फर्स्ट यूनिट ते 10 होंदी है। जदों आप सेकंड कंज्यूम करते हैं ठीक है उदों अपनी मार्जिन यूटिलिटी होंदी है 8। इत्थे जदों आप थर्ड करते हैं फिर हो जाती है 6। फोर्थ के ऊपर 4, फिफ्थ के ऊपर 2। उस तो बाद जिहड़ा है तुहाडा 6 के ऊपर हो जाती है 0। 7 के ऊपर हो जाती है तुहाडी -2। 7 के ऊपर तुहाडी हो जाती है -2। ठीक है, मतलब कुछ इस तरीके हुण जदों आपां इहनूं ऐड ऑन करदे हां तब ये अपनी की बन गई मार्जिनल यूटिलिटी कर्व। ठीक है, ये अपनी की मार्जिनल यूटिलिटी कर्व है। हुण एक चीज तुसीं ध्यान नाल देखो जिवें जिवें जिहड़ी हैगी है मार्जिनल यूटिलिटी कर्व बढ़ती जा रही है
किथे 5th तक बढ़ती जा रही है ना 6th तक, जिथे तक बढ़ती जा रही है उदों जी अपनी मार्जिनलिटी है की है पॉजिटिव है, मार्जिनलिटी की है अपनी पॉजिटिव है। पर जिथे जाके ये कांस्टेंट हो जाती है 30-30 उस जगह पर आके अपनी मार्जिनलिटी की हो जाती है 0। जिथे अपनी मार्जिनल यूटिलिटी ते टोटल यूटिलिटी जिथे अपनी होती है ਜਿਹੜੀ टोटल यूटिलिटी है मैक्सिमम होवे, जिस पॉइंट के ऊपर अपनी टोटल यूटिलिटी की होवे मैक्सिमम होवे एंड ਜਿਹੜੀ मार्जिनल यूटिलिटी है की है 0 होवे, उस पॉइंट ਨੂੰ ਆਪਾਂ कह ਦਿੰਦੇ ਹਾਂ पॉइंट ऑफ ब्लिस। मतलब ਉੱਥੇ ਜਿਹੜਾ ਕੰਜ਼ਿਊਮਰ ਹੈ ਫੁੱਲ ਸੈਟੀਸਫਾਈ ਹੈ ਜਾਂ ਉਹ ਆਪਾਂ कह ਦਿੰਦੇ ਹਾਂ पॉइंट ऑफ सैटिस्फैक्शन। ठीक है, कई बार शॉर्ट आंसर टाइप क्वेश्चंस ਦੇ ਵਿੱਚ ਆ ਜਾਂਦਾ ਹੁੰਦਾ ਹੈ डिफाइन पॉइंट ऑफ ब्लिस या डिफाइन पॉइंट ऑफ सैटिस्फैक्शन अंडर कंज्यूमर बिहेवियर और अंडर ਜਿਹੜਾ ਅੰਡਰ यूटिलिटी फंक्शन। ठीक है, ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਦੱਸਣਾ ਹੈ ਕਿ पॉइंट ऑफ ब्लिस ਕਿਹੜਾ ਹੁੰਦਾ ਹੈ। पॉइंट ऑफ ब्लिस ਉਹ ਸਿਚੁਏਸ਼ਨ ਹੁੰਦੀ ਹੈ ਜਿੱਥੇ टोटल यूटिलिटी ਤੁਹਾਡੀ मैक्सिमम ਹੋਵੇ ਤੇ ਮਾਰਜਿਨ यूटिलिटी ਕੀ ਹੁੰਦੀ ਹੈ 0 ਹੁੰਦੀ ਹੈ। ठीक है, उस पॉइंट ਨੂੰ ਆਪਾਂ ਕੀ ਕਹਾਂਗੇ पॉइंट ऑफ ब्लिस। क्यों कहांगे, क्योंकि उरे आके वो मैक्सिमम हो गया, इस तो बाद वो होर अपनी ਜਿਹੜੀ ਸੈਟੀਸਫੈਕਸ਼ਨ ਵਧਾ ਨਹੀਂ ਸਕਦਾ, ਉਸ ਤੋਂ ਬਾਅਦ ਜਦੋਂ ਕੰਜ਼ਿਊਮ ਕਰੂਗਾ ਤਾਂ ਉਹਦੀ ਜਿਹੜੀ ਹੈਗੀ ਹੈ 네ਗੇਟਿਵ ਹੋ ਜੂਗੀ। ठीक है, सो एक वो सिचुएशन है जिथे ਤੁਸੀਂ ਕਹਿ ਦਿੰਦੇ ਹੋ बस मैं होर रोटी नहीं खानी, मैं होर कुछ नहीं खाना। ठीक है, या मैं होर कोई ਜਿਹੜੀ कमोडिटी है कंज्यूम नहीं करनी। सो इस जगह के ऊपर की है ਤੁਸੀਂ ਪੂਰੇ ਸੈਟੀਸਫਾਈ ਹੁੰਦੇ ਹੋ, ਤੁਹਾਡੀ ਜਿਹੜੀ ਪੂਰੀ ਜਿਹੜੀ ਹੈਗੀ ਸੈਟੀਸਫੈਕਸ਼ਨ ਫੁੱਲਫਿਲ ਹੋ ਗਈ। अगर ਤੁਸੀਂ ਇੱਕ ਯੂਨਿਟ ਹੋਰ ਵਧਾ ਰਹੇ ਹੋ दैट मीन ਤੁਹਾਡੀ ਜਿਹੜੀ ਸੈਟੀਸਫੈਕਸ਼ਨ ਹੋ ਗਈ ਹੈ 네ਗੇਟਿਵ ਚਲੀ ਜਾਊਗੀ। ਜਿਵੇਂ ਆਪਾਂ ਉਹ 7th ਯੂਨਿਟ ਜਦੋਂ ਆਪਾਂ ਕੰਜ਼ੂਮ ਕੀਤੀ ਤਾਂ ਆਪਣੀ ਜਿਹੜੀ ਸੈਟੀਸਫੈਕਸ਼ਨ ਹੈ ਉਹ 네ਗੇਟਿਵ ਹੋ ਗਈ, ਇਸ ਵਜ੍ਹਾ ਕਰਕੇ ਆਪਣੀ ਟੋਟਲ यूटिलिटी ਕੀ ਹੈ ਘਟ ਗਈ। ਜਦੋਂ ਟੋਟਲ यूटिलिटी ਘਟਦੀ ਹੈ ਤਾਂ ਆਪਣੀ ਮਾਰਜਿਨ यूटिलिटी ਕੀ ਹੋ ਜਾਂਦੀ ਹੈ 네ਗੇਟਿਵ ਹੋ ਜਾਂਦੀ ਹੈ। ਸਮਝ ਆ ਗਈ ਕਿ ਆਪਣੀ ਮਾਰਜਿਨ यूटिलिटी ਕੀ ਹੈ 네ਗੇਟਿਵ ਹੋ ਜਾਂਦੀ ਹੈ। ਹੁਣ ਉਹਦੇ ਅਗਰ ਆਪਾਂ ਗੱਲ ਕਰੀਏ ਟੋਟਲ यूटिलिटी ਦੀ ਤੇ ਮਾਰਜਿਨ यूटिलिटी ਦੇ ਰਿਲੇਸ਼ਨਸ਼ਿਪ ਦੀ ਤਾਂ ਉਹਦੇ ਵਿੱਚ ਆਪਾਂ ਕੀ ਕਹਾਂਗੇ, ਆਪਾਂ ਇੱਥੇ ਲਿਖਾਂਗੇ। ਹਾਂਜੀ, ਹੁਣ ਪਹਿਲਾ ਕੇਸ ਕਿਹੜਾ ਬਣਦਾ ਹੈ when total utility increases, ਇਹ ਰਿਲੇਸ਼ਨਸ਼ਿਪ ਹੈ increases, ਜਦੋਂ total utility increase ਕਰਦੀ ਹੈ ਉਦੋਂ ਕੀ ਹੈ marginal utility ਕੀ ਹੋਊਗੀ ਪੋਜ਼ਿਟਿਵ ਹੋਊਗੀ। ਇਹ ਰਿਲੇਸ਼ਨ ਹੈ ਉਹਨਾਂ ਦਾ। ਠੀਕ ਹੈ, ਦੂਸਰਾ ਕੇਸ ਕਿਹੜਾ ਬਣਦਾ ਹੈ when total utility is constant। ठीक है, in that case marginal utility is 0 होगी एंड वो वाला पॉइंट केड़ा होगा पॉइंट ऑफ ब्लिस। ठीक है, उस तो बाद जो थर्ड केस है when total utility diminish या डिक्रीज, या तो आप डिक्रीज भी लिख सकते हैं। ठीक है, इन दैट केस मार्जिन यूटिलिटी इज नेगेटिव। समझ आ गई, ए सी इन्हां दी रिलेशनशिप। ठीक है जी, थैंक यू सो मच। आज ਦੇ ਵਿੱਚ ਆਪਾਂ ਰਿਲੇਸ਼ਨਸ਼ਿਪ ਦੇ ਬਾਰੇ ਪੜ੍ਹ ਲਿਆ, ਆਪਾਂ ਫਾਰਮਸ ਆਫ यूटिलिटी ਦੇ ਬਾਰੇ ਪੜ੍ਹ ਲਿਆ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹਦੀਆਂ ਫੀਚਰਸ ਪੜ੍ਹੀਆਂ ਨੇ ਤੇ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਹੈਗਾ ਆਪਾਂ ਗੱਲ ਕਰਾਂਗੇ law of diminishing marginal utility ਦੇ ਬਾਰੇ। ठीक है जी, थैंक यू सो मच, हैव अ गुड डे।